सन्मानयोग गुरु निवाजी साध संगत जीओ, आप जी ने गुरबाणी कीर्तन का आनंद माणिया है। आओ हुण अपनियां मनोबिरतियां अज दी गुरबाणी विचारधारा नाल जोड़न का यतन करिए। अज आपां फरीद साहब जी दे श्लोक नंबर 84 तो 86 तक समझण की कोशिश करांगे, जो श्री गुरु ग्रंथ साहिब जी दे पावन पन्ना नंबर 1382 ते दर्ज हैं। पिछले शुक्रवार आपां नूं बाबा फरीद जी दी बाणी विच गुरु अर्जन देव महाराज जी अपने श्लोक लिख के जो समझा रहे सन, उसका संखेप जिहा भाव सी कि ये साडा शरीर साडी देही बहुत सुंदर होवे, खाण पीन दे सारे साजो समान पदार्थ मौजूद होण। ये सब कुछ दे हुंदियां जे बंदा प्रभु दे नाम दा सिमरन करे ते ओदी जिन्नी भी उम्र है सारी बड़ी सुहावनी बीतदी है, बड़ी सौखी सुहेली लंघदी है। जेड़े लोग अपने जीवन विच विकारां विच ग्रसे जांदे ने, उन्हां दा शरीर उन्हां दी देही विकारां दे अधीन हो के वो कमज़ोर पै जांदी है, जिस करके वो सदा दुखी रहिंदे ने। उन्हां दी सारी जिंदगी दुखां विच गुजरदी है। इहो जे लोग बहुत ज़्यादा गिनती विच मिलदे ने, जिन्हां दी देही नूं विकारां ने ग्रसिया होया हुंदा है। पर इहो जे लोग बहुत घट मिलदे ने, जिन्हां दा प्यार वाहिगुरू जी दे नाल बन जांदा है ते वो परमात्मा दे प्यार विच जुड़े होए उहदा सिमरन करदे होए जिंदगी बिताउंदे ने, उन्हां दी उम्र बड़ी सोहनी बीतदी है। अज दी विचार बाबा फरीद साहब जी आखदे ने, कंधी वहन ना ढाहे तो भी लेखा देवना, जिधर रब रजाए वहन तिदाऊं गौं करे। कंधी का मतलब है किनारे, वहन का मतलब है जो दरिया का वेग चल रहा, लगातार पानी अपने तेज बहाव के अनुसार जाई जा रहा है। पुराने समय दरियावां दे किनारे कच्चे हुंदे सन, अज भी वड्डियां दरियावां दे किनारे कच्चे ही हुंदे ने, ते जिहड़ा पानी का तेज बहाव हुंदा है वो उन्हां किनारियां नूं डेगदा जांदा है, ढाउंदा जांदा है। फरीद जी आखदे ने, हे वहन, हे पानी दे बहाव, तू इन्हां किनारियां नूं ना डेग। जे तू इस तरह करेंगा ते तेनू भी रब दे दरबार विच लेखा देना पएगा। ये गल आखण तो बाद फरीद साहब सोचते ने कि इस वहन दे भी की वासे। ये तो उधर ही वगदा जिधर रब दी रजा है, जिधर रब रजाए
ਵਹਿਨ ਤਿਦਾਉ ਗਉ ਕਰੇ। ਉਸ ਪਾਸੇ ਨੂੰ ਆਪਣਾ ਰੁਖ ਕਰ ਲੈਂਦਾ ਹੈ, ਉਸ ਪਾਸੇ ਨੂੰ ਆਪਣਾ ਰਸਤਾ ਬਣਾ ਲੈਂਦਾ ਹੈ ਜਿਸ ਪਾਸੇ ਨੂੰ ਰੱਬ ਦੀ ਰਜ਼ਾ ਹੁੰਦੀ ਹੈ, ਜਿਸ ਪਾਸੇ ਨੂੰ ਮਾਲਕ ਦਾ ਹੁਕਮ ਹੁੰਦਾ ਹੈ। ਸੋ ਇਹ ਤੇ ਹਨ ਇਸ ਸ਼ਲੋਕ ਦੇ ਅੱਖਰੀ ਅਰਥ। ਅਸੀਂ ਹੁਣ ਇਸ ਦੇ ਥੋੜ੍ਹਾ ਭਾਵ ਅਰਥ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਵਹਿਨ ਸਾਡੇ ਅੰਦਰ ਹਰ ਵਕਤ ਵਿਚਾਰਾਂ ਦਾ ਚੱਲਦਾ ਹੈ। ਸਾਡੇ ਅੰਦਰ ਹਰ ਵਕਤ ਫੁਰਨਿਆਂ ਦਾ ਵਹਿਣ ਚੱਲਦਾ ਰਹਿੰਦਾ ਹੈ। ਜੇ ਅਸੀਂ ਜਾਗਦੇ ਹਾਂ ਤੇ ਸਾਡੇ ਮਨ ਵਿੱਚ ਬਾਰ-ਬਾਰ ਫੁਰਨਿਆਂ ਦੀਆਂ ਲਹਿਰਾਂ ਦੌੜਦੀਆਂ ਨੇ। ਵਿਦਵਾਨ ਲੋਕ ਕਹਿੰਦੇ ਨੇ ਕਿ ਅਸੀਂ 24 ਘੰਟਿਆਂ ਵਿੱਚ ਤਕਰੀਬਨ 60,000 ਫੁਰਨੇ ਜਾਂ ਵਿਚਾਰ ਉਠਾਉਂਦੇ ਹਾਂ ਆਪਣੇ ਮਨ ਵਿੱਚ। ਜਦੋਂ ਆਪਾਂ ਸੌਂ ਜਾਂਦੇ ਹਾਂ, ਸਰੀਰ ਸੌਂਦਾ ਹੈ ਲੇਕਿਨ ਅੰਦਰਲਾ ਹਿੱਸਾ ਤਾਂ ਵੀ ਕੰਮ ਕਰਦਾ ਰਹਿੰਦਾ ਹੈ। ਸੁਪਨਿਆਂ ਦੇ ਰੂਪ ਵਿੱਚ ਉਹ ਸੁਪਨੇ ਵੇਖਦਾ ਰਹਿੰਦਾ ਹੈ। ਇਸ ਨੂੰ ਇੱਕ ਵਹਿਣ ਆਪਾਂ ਕਹਿ ਸਕਦੇ ਹਾਂ ਕਿ ਸਾਡੇ ਸਰੀਰ ਦੇ ਅੰਦਰ ਇਹਨਾਂ ਵਿਚਾਰਾਂ ਦਾ, ਫੁਰਨਿਆਂ ਦਾ, ਵਿਕਾਰਾਂ ਦਾ, ਕਾਮਨਾਵਾਂ ਦਾ, ਵਾਸਨਾਵਾਂ ਦਾ ਇੱਕ ਲਗਾਤਾਰ ਵਹਿਣ, ਇੱਕ ਪ੍ਰਵਾਹ ਚੱਲਦਾ ਰਹਿੰਦਾ ਹੈ। ਤੇ ਉਹਦੇ ਕਿਨਾਰੇ ਕਿਹੜੇ ਨੇ? ਇਹ ਸਾਡਾ ਸਰੀਰ। ਇਹ ਸਾਡਾ ਸਰੀਰ ਕਿਨਾਰੇ ਹਨ। ਇਹਦੇ ਅੰਦਰ ਵਿਕਾਰਾਂ ਦਾ, ਵਿਚਾਰਾਂ ਦਾ ਜਿਹੜਾ ਵਹਿਣ ਹੈ, ਬਹਾਵ ਹੈ, ਉਹ ਚੱਲਦਾ ਰਹਿੰਦਾ ਹੈ। ਉਹ ਜਿਹੜਾ ਵਿਕਾਰਾਂ ਦਾ ਤੇਜ਼ ਬਹਾਵ ਹੈ, ਉਹ ਸਾਡੀ ਸਰੀਰ ਰੂਪ ਕਿਨਾਰਿਆਂ ਨੂੰ ਤੋੜਦਾ ਹੈ, ਢਾਉਂਦਾ ਹੈ। ਭਾਵ ਵਿਕਾਰਾਂ ਦੇ ਅਧੀਨ ਹੋਇਆਂ ਸਾਡੇ ਸਰੀਰ ਨੂੰ ਰੋਗ ਲੱਗਦੇ ਨੇ। ਰੋਗਾਂ ਦੇ ਕਾਰਨ ਸਰੀਰ ਕਮਜ਼ੋਰ ਪੈ ਜਾਂਦਾ ਹੈ, ਬਲਹੀਨ ਹੋ ਜਾਂਦਾ ਹੈ। ਇਹ ਕਿਨਾਰਿਆਂ ਦਾ ਢਹਿਣਾ ਹੈ। ਫਰੀਦ ਜੀ ਵਿਕਾਰਾਂ ਨੂੰ ਸੰਬੋਧਨ ਕਰਦੇ ਨੇ, ਜਾਂ ਜਿਹੜੇ ਸਾਡੇ ਅੰਦਰ ਵਹਿਣ ਵਿਚਾਰਾਂ ਦੇ ਚੱਲਦੇ ਨੇ, ਫੁਰਨਿਆਂ ਦੇ ਚੱਲਦੇ ਨੇ, ਉਹਨਾਂ ਨੂੰ ਸੰਬੋਧਨ ਕਰਦੇ ਆਖਦੇ ਨੇ ਤੋ ਵੀ ਲੇਖਾ ਦੇਵਣਾ, ਬਈ ਤੁਹਾਨੂੰ ਵੀ ਲੇਖਾ ਦੇਣਾ ਪਏਗਾ। ਫਿਰ ਆਖਦੇ ਨੇ ਜਿੱਧਰ ਰੱਬ ਰਜਾਏ ਵਹਿਨ ਤਿਦਾਉ ਗਉ ਕਰੇ। ਇਹ ਜਿਹੜਾ ਵਿਚਾਰਾਂ ਦਾ ਵਹਿਣ ਸਾਡੇ ਅੰਦਰ ਚੱਲਦਾ ਹੈ, ਫੁਰਨਿਆਂ ਦਾ ਵਹਿਣ ਸਾਡੇ ਅੰਦਰ ਚੱਲਦਾ ਹੈ, ਇਹ ਰੱਬ ਦੀ ਰਜ਼ਾ ਤੋਂ ਬਿਨਾਂ ਨਹੀਂ ਚੱਲਦਾ। ਰੱਬ ਦੀ ਰਜ਼ਾ ਹੀ ਇਸ ਤਰ੍ਹਾਂ ਹੈ, ਉਹਦਾ ਹੁਕਮ ਹੀ ਇਸ ਤਰ੍ਹਾਂ ਹੈ, ਤੇ ਸਾਡੇ ਅੰਦਰ 24 ਘੰਟੇ ਲਗਾਤਾਰ ਫੁਰਨੇ ਉੱਠਦੇ ਰਹਿੰਦੇ ਨੇ, ਢਹਿੰਦੇ ਰਹਿੰਦੇ ਨੇ। ਸੰਕਲਪ ਤੇ ਵਿਕਲਪ ਜਿਸ ਨੂੰ ਆਪਾਂ ਆਖਦੇ ਹਾਂ, ਉਹ ਬਣਦੇ ਰਹਿੰਦੇ ਨੇ, ਢਹਿੰਦੇ ਰਹਿੰਦੇ ਨੇ। ਹੁਣ ਸਮਝਣ ਵਾਲੀ ਗੱਲ ਇਹ ਆ ਕਿ ਸੱਚੀ ਮੁੱਚੀ ਇਹ ਪਰਮਾਤਮਾ ਦੇ ਹੁਕਮ ਵਿੱਚ ਹੀ ਜੇ ਬਣਦੇ ਨੇ ਵਿਚਾਰ, ਚਾਹੇ ਉਹ ਚੰਗੇ ਬਣਨ ਚਾਹੇ ਮਾੜੇ ਬਣਨ, ਜੇ ਰੱਬ ਦੀ ਰਜ਼ਾ ਅਨੁਸਾਰ ਹੀ ਬਣਦੇ ਨੇ, ਫਿਰ ਸਾਡੇ ਤੋਂ ਲੇਖਾ ਕਿਉਂ ਪੁੱਛਿਆ ਜਾਣਾ ਹੈ? ਇਹ ਤੇ ਉਹਦਾ ਹੁਕਮ ਹੀ ਹੈ ਫਿਰ। ਪਰ ਗੁਰਬਾਣੀ ਵਿੱਚ ਸਾਨੂੰ ਇਹ ਵੀ ਗੱਲ ਸਮਝਾਈ ਹੋਈ ਹੈ, ਜੇਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤ। ਇਹ ਸਰੀਰ ਇੱਕ ਖੇਤ ਦੀ ਨਿਆਈ ਹੈ। ਖੇਤ ਸਰੀਰ ਜੋ ਬੀਜੀ ਹੈ ਸੋ ਅੰਤ ਖਲੋਆ ਆਏ। ਜੋ ਆਪਾਂ ਇਸ ਖੇਤ ਵਿੱਚ, ਇਸ ਸਰੀਰ ਵਿੱਚ ਬੀਜ ਪਾਉਂਦੇ ਹਾਂ, ਉਹੋ ਹੀ ਤੇ ਉੱਗਦਾ ਹੈ। ਤੇ ਉਹ ਉੱਗਦਾ ਹੈ ਰੱਬ ਦੀ ਰਜ਼ਾ ਵਿੱਚ, ਰੱਬ ਦੇ ਹੁਕਮ ਵਿੱਚ। ਉਹਦਾ ਹੁਕਮ ਇਹੋ ਜਿਹਾ ਹੀ ਹੈ। ਤੇ ਸਾਨੂੰ ਬੀਜ ਬੀਜਣ ਲੱਗਿਆਂ ਸੋਚਣਾ ਹੋਏਗਾ, ਕਰਮ ਕਰਨ ਲੱਗਿਆਂ ਸੋਚਣਾ ਪਏਗਾ ਕਿ ਮੈਂ ਕਿਹੋ ਜਿਹਾ ਕਰਮ ਕਰਨ ਲੱਗਾ। ਜਿਹੜਾ ਮੈਂ ਕਰਮ ਕਰਨ ਲੱਗਾ, ਆਖਰ ਇਸ ਬੀਜ ਨੇ ਵਧਣਾ ਫੁੱਲਣਾ ਹੈ, ਉਸ ਨੂੰ ਫਲ ਲੱਗਣੇ ਨੇ, ਤੇ ਉਹ ਫਲ ਫਿਰ ਮੈਨੂੰ ਭੁਗਤਣੇ ਪੈਣਗੇ। ਇਹ ਹੈ ਰੱਬ ਦੀ ਰਜ਼ਾ। ਅਸੀਂ ਜਿਹੋ ਜਿਹਾ ਬੀਜ ਬੀਜਾਂਗੇ, ਰੱਬ ਦੀ ਰਜ਼ਾ ਵਿੱਚ ਉਹੋ ਹੀ ਉੱਗੇਗਾ, ਉਹਦੇ ਹੀ ਫਲ ਸਾਨੂੰ ਖਾਣੇ ਪੈਣਗੇ।
ਚੰਗੇ ਕਰਮ ਕਰਾਂਗੇ ਚੰਗੇ ਫਲ ਲੱਗਣਗੇ, ਮਾੜੇ ਕਰਮ ਕਰਾਂਗੇ ਉਸ ਮਾੜੇ ਬੂਟੇ ਨੂੰ ਮਾੜੇ ਫਲ ਲੱਗਣਗੇ। ਸੋ ਇਸ ਸ਼ਲੋਕ ਨੰਬਰ 84 ਵਿੱਚ ਸਾਨੂੰ ਭਗਤ ਫਰੀਦ ਸਾਹਿਬ ਜੀ ਕਿੰਨੀ ਸੋਹਣੀ ਇੱਕ ਉਦਾਹਰਨ ਲੈ ਕੇ ਸਮਝਾ ਰਹੇ ਨੇ, ਕਿਨਾਰਿਆਂ ਦੀ ਤੇ ਵਹਿਣ ਦੀ, ਪਾਣੀ ਦੇ ਬਹਾਵ ਦੀ ਤੇ ਨਦੀ ਦੇ ਕਿਨਾਰਿਆਂ ਦੀ। ਸਾਡੇ ਅੰਦਰ ਇਹ ਬਹਾਵ ਚੱਲ ਰਿਹਾ ਵਿਚਾਰਾਂ ਦਾ, ਉਹਦੇ ਤੇ ਕੰਟਰੋਲ ਕਰਨ ਦੀ ਲੋੜ ਹੈ। ਸੋ ਉੱਥੋਂ ਹੀ ਸਾਡੇ ਕਰਮ ਬਣਦੇ ਨੇ। ਜਿਹੋ ਜਿਹਾ ਅਸੀਂ ਸੋਚਦੇ ਹਾਂ ਅਸੀਂ ਉਹੋ ਜਿਹਾ ਕਰਨ ਤੁਰ ਪੈਂਦੇ ਹਾਂ, ਜਿਹੋ ਜਿਹਾ ਕਰਦੇ ਹਾਂ ਉਹ ਸਾਡਾ ਕਰਮ ਬਣ ਜਾਂਦਾ ਹੈ। ਉਹ ਬਣੇ ਹੋਏ ਕਰਮ ਸਹਿਜੇ ਸਹਿਜੇ ਸਾਡੀਆਂ ਆਦਤਾਂ ਵਿੱਚ ਬਦਲ ਜਾਂਦੇ ਨੇ। ਉਹ ਬਣੀਆਂ ਹੋਈਆਂ ਆਦਤਾਂ ਹੌਲੀ ਹੌਲੀ ਸਾਡਾ ਸੁਭਾਅ ਬਣ ਜਾਂਦੀਆਂ ਨੇ। ਉਹ ਬਣਿਆ ਹੋਇਆ ਸੁਭਾਅ ਸਾਡੇ ਸੰਸਕਾਰ ਬਣ ਜਾਂਦੇ ਨੇ। ਤੇ ਜਿਹੋ ਜਿਹੇ ਸੰਸਕਾਰ ਬਣ ਜਾਣਗੇ ਬਸ ਅਸੀਂ ਉਹੋ ਜਿਹੇ ਹੋ ਜਾਵਾਂਗੇ। ਸੋ ਸਾਨੂੰ ਜੀ ਕਰਮ ਕਰਨ ਲੱਗਿਆਂ ਉਸ ਤੋਂ ਪਹਿਲਾਂ ਬਹੁਤ ਵਾਰੀ ਸੋਚਣਾ ਚਾਹੀਦਾ ਹੈ ਕਿ ਜੋ ਮੈਂ ਕਰਨ ਲੱਗਾ ਹਾਂ ਕਿ ਇਹ ਮੇਰੇ ਲਈ, ਮੇਰੇ ਪਰਿਵਾਰ ਲਈ, ਮੇਰੇ ਸਮਾਜ ਲਈ, ਸਮੁੱਚੀ ਮਾਨਵਤਾ ਲਈ ਤੇ ਇਸ ਸਾਰੇ ਬ੍ਰਹਿਮੰਡ ਲਈ ਕੀ ਉਹ ਠੀਕ ਹੈ ਜੋ ਮੈਂ ਕਰਨ ਲੱਗਾ। ਇੱਕ ਛੋਟੀ ਜਿਹੀ ਮਿਸਾਲ ਨਾਲ ਅਸੀਂ ਸਮਝ ਲਈਏ ਕਿ ਸਾਡੇ ਕੀਤੇ ਹੋਏ ਕਰਮਾਂ ਦਾ ਪ੍ਰਭਾਵ ਇਸ ਸਮੁੱਚੇ ਬ੍ਰਹਿਮੰਡ ਵਿੱਚ ਚਲਾ ਜਾਂਦਾ ਹੈ। ਅਸੀਂ ਰੁੱਖ ਲਗਾ ਦਈਏ, ਉਹਦਾ ਵੀ ਪ੍ਰਭਾਵ ਸਮੁੱਚੇ ਬ੍ਰਹਿਮੰਡ ਤੇ ਪਵੇਗਾ। ਅਸੀਂ ਰੁੱਖ ਇੱਕ ਵੱਢ ਦਈਏ, ਉਹਦਾ ਪ੍ਰਭਾਵ ਵੀ ਸਮੁੱਚੇ ਬ੍ਰਹਿਮੰਡ ਵਿੱਚ ਪਵੇਗਾ। ਸੋ ਇੰਨੀ ਕੁ ਗੱਲ ਕਾਫੀ ਹੈ ਸਮਝਣ ਵਾਲੀ ਕਿ ਸਾਡੇ ਹਰ ਕਰਮ ਦਾ ਅਸਰ ਜਿਹੜਾ ਹੈ ਉਹ ਕੇਵਲ ਸਾਡੇ ਤੇ ਹੀ ਨਹੀਂ ਪੈਂਦਾ, ਸਾਡੇ ਪੂਰੇ ਪਰਿਵਾਰ ਤੇ, ਸਮਾਜ ਤੇ, ਦੁਨੀਆ ਤੇ, ਈਵਨ ਪੂਰੀ ਸ੍ਰਿਸ਼ਟੀ ਨੂੰ ਉਸ ਦਾ ਫਲ ਭੁਗਤਣਾ ਪੈਂਦਾ ਹੈ ਜਿਹੜਾ ਅਸੀਂ ਕਰਮ ਕਰਦੇ ਹਾਂ। ਇਸ ਲਈ ਸਾਨੂੰ ਕਰਮ ਕਰਨ ਤੋਂ ਪਹਿਲਾਂ ਜ਼ਰੂਰ ਸੋਚ ਸਮਝ ਲੈਣਾ ਚਾਹੀਦਾ ਹੈ। ਅਗਲਾ ਬਚਨ ਹੈ ਫਰੀਦ ਸਾਹਿਬ ਜੀ ਦਾ ਸ਼ਲੋਕ ਨੰਬਰ 85। ਉਹਦੇ ਵਿੱਚ ਆਖਦੇ ਨੇ, ਫਰੀਦਾ ਦੁੱਖਾਂ ਸੇਤੀ ਦੇਹ ਗਿਆ, 16 ਸੇਤੀ ਰਾਤ, ਖੜਾ ਪੁਕਾਰੇ ਪਾਤਨੀ, ਬੇੜਾ ਕਪਰਵਾਤ। ਦੁੱਖਾਂ ਦਾ ਮਤਲਬ ਹੈ ਦੁੱਖਾਂ, ਯਾਨੀ ਜਿਹੜਾ ਦੁੱਖਾਂ ਸ਼ਬਦ ਹੈ ਇਹ ਫਰੀਦ ਸਾਹਿਬ ਵਾਲੇ ਲਹਿੰਦੇ ਪਾਕਿਸਤਾਨ ਦੀ ਬੋਲੀ, ਜਿਵੇਂ ਰਾਵਲਪਿੰਡੀ ਵਾਲੇ ਪਾਸੇ ਬੋਲੀ ਜਾਂਦੀ, ਉੱਥੇ ਇੱਕ ਨੂੰ ਹਿੱਕ ਬੋਲਿਆ ਜਾਂਦਾ, ਦੁੱਖ ਨੂੰ ਦੁੱਖ ਬੋਲਿਆ ਜਾਂਦਾ। ਦੁੱਖਾਂ ਸੇਤੀ ਦੇਹ ਗਿਆ, ਦੇਹ ਦਾ ਮਤਲਬ ਹੈ ਦਿਨ। 16 ਸੇਤੀ ਰਾਤ, ਜਿਸ ਬੰਦੇ ਦਾ ਦਿਨ ਦੁੱਖਾਂ ਵਿੱਚ ਗੁਜ਼ਰੇਗਾ, ਫਿਕਰਾਂ ਵਿੱਚ ਗੁਜ਼ਰੇਗਾ, ਚਿੰਤਾਵਾਂ ਤੇ ਝੋਰਿਆਂ ਵਿੱਚ ਗੁਜ਼ਰੇਗਾ, ਉਸ ਬੰਦੇ ਦੀ ਰਾਤ ਕਦੀ ਸੁੱਖ ਨਾਲ ਨਹੀਂ ਬਤੀਤ ਹੋ ਸਕਦੀ। ਇਹ ਪੱਕੀ ਗੱਲ ਹੈ। ਜੇ ਅਸੀਂ ਸਾਰਾ ਦਿਨ ਪਰੇਸ਼ਾਨ ਰਹੇ ਹਾਂ, ਸਾਰਾ ਦਿਨ ਦੁਖੀ ਰਹੇ ਹਾਂ, ਸਾਰਾ ਦਿਨ ਲੜਦੇ ਝਗੜਦੇ ਰਹੇ ਹਾਂ, ਸਾਰਾ ਦਿਨ ਆਪਣੇ ਨੌਕਰਾਂ ਨਾਲ, ਆਪਣੇ ਬਾਸ ਨਾਲ ਸਾਡੀ ਕਸ਼ਮਕਸ਼ ਚੱਲਦੀ ਰਹੀ ਏ, ਤੇ ਫਿਰ ਇਹ ਗੱਲ ਚੇਤੇ ਰੱਖਣ ਵਾਲੀ ਏ ਕਿ ਰਾਤ ਵੀ ਸੁੱਖ ਦੀ ਨਹੀਂ ਗੁਜ਼ਰਨ ਵਾਲੀ। ਪਹਿਲੀ ਗੱਲ ਤੇ ਨੀਂਦ ਆਏਗੀ ਨਹੀਂ, ਜੇ ਆਏਗੀ ਤੇ ਉਸ ਨੀਂਦ ਵਿੱਚ ਸੁਪਨੇ ਉਹੋ ਹੀ ਆਉਣੇ ਨੇ ਜੋ ਸਾਰਾ ਦਿਨ ਅਸੀਂ ਕਰਦੇ ਰਹੇ ਹਾਂ। ਦੁੱਖਾਂ ਨਾਲ ਜਿਸ ਬੰਦੇ ਦਾ ਦਿਨ ਗੁਜ਼ਰਿਆ, ਉਸ ਦੀ ਰਾਤ ਉਸ ਪੀੜਾ ਵਿੱਚ ਗੁਜ਼ਰੇਗੀ 16 ਸੇਤੀ ਰਾਤ। ਮਾਨੋ ਉਹ ਸਵੇਰ ਦੇ ਕੀਤੇ ਹੋਏ ਕਰਮ ਰਾਤ ਨੂੰ ਵੀ ਅੰਦਰ ਚੁੱਭਦੇ ਰਹਿਣਗੇ, ਹਿਰਦੇ ਦੇ ਵਿੱਚ ਉਹ ਛੇਦ ਕਰਦੇ ਰਹਿਣਗੇ। ਤੇ ਜਿਸ ਬੰਦੇ ਦਾ ਦਿਨ ਸੁੱਖ ਨਾਲ ਗੁਜ਼ਰਿਆ ਹੋਏਗਾ, ਹੱਸਦਿਆਂ ਖੇਡਦਿਆਂ ਗੁਜ਼ਰਿਆ ਹੋਏਗਾ,
ਜਾਂ ਬਹੁਤ ਸ਼ਾਂਤੀ ਸਹਿਜ ਅਡੋਲਤਾ ਵਿੱਚ ਗੁਜ਼ਰਿਆ ਹੋਏਗਾ, ਉਹਦੀ ਰਾਤ ਵੀ ਬੇਫਿਕਰੀ ਵਿੱਚ ਲੰਘੇਗੀ। ਉਹਨੂੰ ਕਿਸੇ ਤਰ੍ਹਾਂ ਦੀ ਚਿੰਤਾ ਰੂਪ ਸੂਲਾਂ ਨਹੀਂ ਚੁਭਣਗੀਆਂ। ਉਹ ਸ਼ਾਂਤ ਅਵਸਥਾ ਵਿੱਚ ਜਿਵੇਂ ਸੌਏਗਾ, ਉਸੇ ਤਰ੍ਹਾਂ ਤਰੋ ਤਾਜ਼ਾ ਸਵੇਰੇ ਉੱਠੇਗਾ। ਫਰੀਦ ਸਾਹਿਬ ਸਾਨੂੰ ਕਿੰਨਾ ਸੋਹਣਾ ਸਮਝਾਉਂਦੇ ਨੇ। ਜੇ ਅਸੀਂ ਆ ਛੋਟੇ ਛੋਟੇ ਬਚਨ ਨੇ, ਇਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਿਤੇ ਸਮਝ ਕੇ ਅਪਣਾ ਲਈਏ, ਅਸੀਂ ਆਪਣਾ ਦਿਨ ਸੁੱਖ ਨਾ ਬਿਤਾਇਆ ਕਰੀਏ, ਕਿਸੇ ਨਾਲ ਕਦੇ ਨਾ ਝਗੜੀਏ, ਕਿਸੇ ਦਾ ਦਿਲ ਨਾ ਦੁਖਾਈਏ, ਕਿਸੇ ਨੂੰ ਮਾੜੇ ਬਚਨ ਨਾ ਬੋਲੀਏ। ਇੱਕ ਗੱਲ ਚੇਤੇ ਰੱਖਣ ਵਾਲੀ ਏ, ਅਸੀਂ ਕਿਸੇ ਨੂੰ ਮਾੜੇ ਬੋਲ ਬੋਲ ਕੇ ਉਹਦਾ ਦਿਲ ਦੁਖੀ ਕਰੀਏ ਤੇ ਪੱਕੀ ਗੱਲ ਏ ਕਿ ਉਸ ਤੋਂ ਬਾਅਦ ਅਸੀਂ ਆਪ ਵੀ ਦੁਖੀ ਹੁੰਨੇ ਆ। ਸਾਨੂੰ ਸੁੱਖ ਨਹੀਂ ਮਿਲਦਾ, ਸਾਨੂੰ ਸ਼ਾਂਤੀ ਨਹੀਂ ਆਉਂਦੀ, ਕਿਉਂਕਿ ਕਿਸੇ ਦਾ ਦਿਲ ਦੁਖਾਇਆ। ਤੇ ਮੈਂ ਹੁਣੇ ਪਹਿਲਾਂ ਤੁਹਾਨੂੰ ਬੇਨਤੀ ਕੀਤੀ ਹੈ ਕਿ ਸਾਡੇ ਕੀਤੇ ਹੋਏ ਕਰਮ ਦਾ ਜਿਹੜਾ ਪ੍ਰਭਾਵ ਹੈ, ਉਹ ਕੇਵਲ ਉਹਦੇ ਉੱਤੇ ਹੀ ਨਹੀਂ ਪੈਂਦਾ ਜਿਹਦੇ ਉੱਤੇ ਅਸੀਂ ਕੀਤਾ ਹੈ, ਉਹਦਾ ਪ੍ਰਭਾਵ ਪੂਰੇ ਬ੍ਰਹਿਮੰਡ ਤੇ ਪੈਣਾ ਹੈ। ਤੇ ਉਹਦਾ ਪ੍ਰਭਾਵ ਉਸ ਬ੍ਰਹਿਮੰਡ ਵਿੱਚ ਆਪਾਂ ਵੀ ਹਾਂ ਤੇ ਆਪਣੇ ਉੱਤੇ ਵੀ ਪਵੇਗਾ। ਜੇ ਕਿਸੇ ਨੂੰ ਦੁਖੀ ਕੀਤਾ ਹੈ ਤੇ ਸਾਨੂੰ ਸੁੱਖ ਨਹੀਂ ਮਿਲਣ ਲੱਗਾ, ਦੁੱਖ ਹੀ ਮਿਲੇਗਾ। ਖੜਾ ਪੁਕਾਰੇ ਪਾਤਨੀ, ਪਾਤਨੀ ਦਾ ਮਤਲਬ ਹੁੰਦਾ ਹੈ ਮਲਾਹ, ਜਿਹੜਾ ਦਰਿਆ ਦੇ ਕਿਨਾਰੇ ਬੇੜੀ ਲੈ ਕੇ ਖਲੋਤਾ ਹੋਵੇ। ਬੇੜਾ ਕੱਪਰਵਾਤ, ਜੇ ਉਸ ਮਲਾਹ ਦਾ ਬੇੜਾ ਲਹਿਰਾਂ ਦੇ ਮੂੰਹ ਵਿੱਚ ਆ ਗਿਆ ਹੋਵੇ, ਵੱਡੀਆਂ ਵੱਡੀਆਂ ਘੁੰਮਣ ਘੇਰੀਆਂ ਵਿੱਚ ਫਸ ਗਿਆ ਹੋਵੇ, ਤੇ ਉਹਦਾ ਕੀ ਬਣੇਗਾ? ਆਪਾਂ ਸਮਝ ਸਕਦੇ ਹਾਂ, ਵੱਡੇ ਵੱਡੇ ਬੇੜੇ ਡੁੱਬ ਜਾਂਦੇ ਨੇ, ਜਿਹਦੇ ਵਿੱਚ ਹਜ਼ਾਰਾਂ ਲੋਕ ਸਵਾਰ ਹੁੰਦੇ ਨੇ, ਹਜ਼ਾਰਾਂ ਮਣਾ ਮੂੰਹੀ ਸਾਜੋ ਸਮਾਨ ਉਹਦੇ 'ਚ ਮੌਜੂਦ ਹੁੰਦਾ ਹੈ, ਤੇ ਉਹ ਵੱਡੀਆਂ ਘੁੰਮਣ ਘੇਰੀਆਂ ਵਿੱਚ ਪੈ ਕੇ ਬੇੜੇ ਡੁੱਬ ਜਾਂਦੇ ਨੇ ਤੇ ਕੱਖ ਵੀ ਵਿੱਚੋਂ ਨਹੀਂ ਲੱਭਦਾ। ਇਹ ਸਾਡਾ ਜੀਵਨ ਵੀ ਇੱਕ ਬੇੜਾ ਹੈ ਜੀ, ਜਿਹਦੇ ਵਿੱਚ ਆਪਾਂ ਸਵਾਰ ਹੋਏ ਹਾਂ। ਇਸ ਜੀਵਨ ਰੂਪ ਬੇੜੇ ਨੂੰ ਕਿਹੜੀਆਂ ਲਹਿਰਾਂ ਨੇ ਜਿਨ੍ਹਾਂ ਨੇ ਡੁਬੋ ਦੇਣਾ ਹੈ? ਉਹ ਲਹਿਰਾਂ ਨੇ ਵਿਕਾਰਾਂ ਦੀਆਂ, ਉਹ ਲਹਿਰਾਂ ਨੇ ਮਾੜਿਆਂ ਕਰਮਾਂ ਦੀਆਂ। ਉਹਨਾਂ ਨੇ ਸਾਡੇ ਇਸ ਜੀਵਨ ਰੂਪ ਬੇੜੇ ਨੂੰ ਡੋਬ ਦੇਣਾ ਹੈ। ਇਸੇ ਲਈ ਆਪਾਂ ਨੂੰ ਫਰੀਦ ਸਾਹਿਬ ਜੀ ਨੇ ਆਖਿਆ ਸੀ, ਇਸ ਚੱਲ ਰਹੇ ਸਮੇਂ ਵਿੱਚ ਆਪਣਾ ਇੱਕ ਸੋਹਣਾ ਜੀਵਨ ਰੂਪ ਬੇੜਾ ਤਿਆਰ ਕਰ ਲਵੋ। ਜਦੋਂ ਸਾਗਰ ਭਰ ਕੇ ਉਛਲੇਗਾ ਵਿਕਾਰਾਂ ਦਾ, ਤੇ ਤੁਸੀਂ ਆਪਣੇ ਉਸ ਬੇੜੇ ਤੇ ਸਵਾਰ ਹੋ ਕੇ ਅੱਗੇ ਸਹਿਜ ਨਾਲ ਲੰਘ ਜਾਓਗੇ। ਪਰ ਜੇ ਤੁਸੀਂ ਬੇੜਾ ਨਾ ਬੰਨ੍ਹ ਸਕੇ, ਸਿਮਰਨ ਭਜਨ ਨਾ ਜ਼ਿੰਦਗੀ ਵਿੱਚ ਕਰ ਸਕੇ, ਚੰਗੇ ਕਰਮ ਨਾ ਕਮਾ ਸਕੇ, ਫਿਰ ਇਹਨਾਂ ਵਿਕਾਰਾਂ ਦੀਆਂ ਲਹਿਰਾਂ ਵਿੱਚ ਹਰ ਹਾਲਤ ਵਿੱਚ ਡੁੱਬਣਾ ਹੀ ਹੋਏਗਾ। ਫਰੀਦ ਜੀ ਨੇ ਆਪਾਂ ਨੂੰ ਸਮਝਾਇਆ ਸੀ, ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਭਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ। ਜਦੋਂ ਇਹ ਵਿਕਾਰਾਂ ਦੀਆਂ ਲਹਿਰਾਂ ਨਾਲ ਦਰਿਆ ਭਰ ਗਿਆ, ਫਿਰ ਇਹਦੇ ਵਿੱਚੋਂ ਤਰ ਕੇ ਪਾਰ ਹੋਣਾ ਜਾਂ ਬੇੜੇ ਤੇ ਸਵਾਰ ਹੋ ਕੇ ਪਾਰ ਹੋਣਾ ਔਖਾ ਹੋ ਜਾਏਗਾ। ਸੋ ਸਾਨੂੰ ਚਾਹੀਦਾ, ਅਸੀਂ ਇਸ ਚੱਲ ਰਹੇ ਜੀਵਨ ਵਿੱਚ ਹੁਣੇ ਹੀ ਸੋਚਣ ਦੀ ਲੋੜ ਨਹੀਂ ਕਿ ਰਿਟਾਇਰਮੈਂਟ ਤੋਂ ਬਾਅਦ ਫਿਰ ਅਸੀਂ ਭਜਨ ਸਿਮਰਨ ਕਰਾਂਗੇ, ਉਦੋਂ ਕੋਈ ਨਹੀਂ ਜੇ ਹੋਣਾ। ਹੁਣੇ ਹੀ ਵਕਤ ਹੈ, ਹੁਣੇ ਹੀ ਸਾਨੂੰ ਬੇੜਾ ਬੰਨ੍ਹਣਾ ਚਾਹੀਦਾ। ਜਪ ਤਪ ਕਾ ਬੰਧ ਬੇੜਲਾ, ਸਾਨੂੰ ਜਪ ਤਪ ਦਾ ਬੇੜਾ ਹੁਣੇ ਹੀ ਤਿਆਰ ਕਰ ਲੈਣਾ ਚਾਹੀਦਾ ਹੈ। ਫਰੀਦ ਸਾਹਿਬ ਆਖਦੇ ਨੇ, ਦਿਨ ਦੁੱਖਾਂ ਨਾਲ ਗੁਜ਼ਰਿਆ ਤੇ ਰਾਤ ਉਹਨਾਂ ਦੁੱਖਾਂ ਦੀਆਂ ਚਿੰਤਾਵਾਂ ਝੋਰਿਆਂ ਵਿੱਚ ਗੁਜ਼ਰੇਗੀ, ਜਿਸ ਦਾ ਮਤਲਬ ਏ, ਕਾਲੀ ਜਿੰਨੀ ਨਾ ਰਾਵਿਆ ਧੌਲੀ ਰਾਵੈ ਕੋਏ। ਜਿਨ੍ਹਾਂ ਨੇ ਜਵਾਨੀ ਉਮਰ ਵਿੱਚ
ਪ੍ਰਭੂ ਦੀ ਭਗਤੀ ਨਾ ਕੀਤੀ ਉਹ ਬੁਢੇਪੇ ਵਿੱਚ ਨਹੀਂ ਕਰ ਸਕਣਗੇ। ਭਾਵੇਂ ਪਾਬੰਦੀ ਨਹੀਂ ਹੈ ਕੋਈ, ਇਸ ਤਰ੍ਹਾਂ ਨਹੀਂ ਮੰਨਿਆ ਜਾ ਸਕਦਾ ਕਿ ਬੁਢੇਪੇ ਵਿੱਚ ਹੋਏਗੀ ਨਹੀਂ ਭਗਤੀ, ਲੇਕਿਨ ਜੇ ਜਵਾਨੀ ਉਮਰ ਵਿੱਚ ਹੀ ਚੰਗੇ ਕਰਮ ਨਹੀਂ ਕਮਾਏ ਤੇ ਬੁਢੇਪੇ ਵਿੱਚ ਉਹਨਾਂ ਕਰਮਾਂ ਨੇ ਦੁਖੀ ਕਰਨਾ ਹੈ। ਨਹੀਂ ਰੱਬ ਦੀ ਯਾਦ ਬਣਨ ਦੇਣੀ ਉਹਨਾਂ ਕਰਮਾਂ ਨੇ। ਦੁੱਖਾਂ ਸੇਤੀ ਦੇਹ ਗਿਆ, ਜਿਨ੍ਹਾਂ ਦੀ ਜਵਾਨੀ ਉਮਰ ਦੁੱਖਾਂ ਵਿੱਚ ਬੀਤਦੀ ਏ, ਤੇ ਦੁੱਖ ਕਾਹਦੇ ਨੇ? ਵਿਕਾਰਾਂ ਦੇ, ਫੁਰਨਿਆਂ ਦੇ, ਵਿਚਾਰਾਂ ਦੇ। ਜਿਨ੍ਹਾਂ ਦੀ ਜਵਾਨੀ ਇਸ ਤਰ੍ਹਾਂ ਬੀਤਦੀ ਏ, ਉਹਨਾਂ ਦੀ ਬੁਢੇਪਾ ਰੂਪੀ ਰਾਤ ਜਿਹੜੀ ਏ, ਉਹ ਫਿਰ ਉਹਨਾਂ ਚਿੰਤਾਵਾਂ ਤੇ ਝੋਰਿਆਂ ਵਿੱਚ ਬੀਤਣੀ ਹੈ ਕਿ ਮੈਂ ਜ਼ਿੰਦਗੀ 'ਚ ਕੀਤਾ ਕੀ। ਉਹੋ ਹੀ ਗੱਲਾਂ ਮੁੜ ਮੁੜ ਕੇ ਯਾਦ ਆਉਂਦੀਆਂ ਰਹਿਣੀਆਂ ਨੇ, ਮੈਂ ਕਮਾਇਆ ਕੀ, ਮੈਂ ਖੱਟਿਆ ਕੀ। ਫਿਰ ਬਾਣੀ ਵਿੱਚੋਂ ਇਹ ਗੱਲ ਚੇਤੇ ਆਉਣੀ ਹੈ, ਜਾਂ ਕਿਸੇ ਨੂੰ ਸੁਣਾ ਦਿੱਤੀ ਫਿਰ ਚੇਤੇ ਆਵੇਗੀ, ਕਿਆ ਤੈਂ ਖੱਟਿਆ ਕਹਾਂ ਗਵਾਇਆ, ਚੱਲੋ ਸਿਤਾਬ ਦੀਵਾਨ ਬੁਲਾਇਆ। ਮਾਲਕ ਦਾ ਸੱਦਾ ਆਇਆ, ਭਾਈ ਚੱਲ ਹੁਣ। ਖੜਾ ਪੁਕਾਰੇ ਪਾਤਨੀ, ਬੇੜਾ ਕਪਰਵਾਤ। ਬੇੜਾ ਇਹ ਸਰੀਰ ਰੂਪ, ਇਹ ਜੀਵਨ ਰੂਪ ਬੇੜਾ ਵਿਕਾਰਾਂ ਦੀਆਂ ਘੁੰਮਣ ਘੇਰੀਆਂ ਵਿੱਚ ਫਸ ਗਿਆ ਹੈ। ਤੇ ਹੁਣ ਬੇੜੇ ਦਾ ਮਲਾਹ ਖੜਾ ਆਵਾਜ਼ਾਂ ਮਾਰ ਰਿਹਾ, ਪੁਕਾਰ ਰਿਹਾ ਕਿ ਮੈਨੂੰ ਬਚਾਓ। ਹੁਣ ਕੌਣ ਬਚਾਏਗਾ? ਸੋ ਇੱਥੋਂ ਆਪਾਂ ਗੱਲ ਸ਼ੁਰੂ ਕਰਾਂਗੇ ਕਿ ਗੁਰੂ ਹੈ ਸਾਨੂੰ ਬਚਾਉਣ ਵਾਲਾ। ਜੇ ਆਪਾਂ ਇਸ ਜੀਵਨ ਦੇ ਅੰਦਰ ਗੁਰੂ ਦਾ ਆਸਰਾ ਲੈ ਲਿਆ, ਗੁਰੂ ਦਾ ਸਹਾਰਾ ਲੈ ਲਿਆ, ਤੇ ਫਿਰ ਹਰ ਹਾਲਤ ਵਿੱਚ ਗੁਰੂ ਸਾਡੀ ਸਹਾਇਤਾ ਕਰੇਗਾ ਤੇ ਸਾਡੇ ਇਸ ਬੇੜੇ ਨੂੰ ਭਵ ਸਾਗਰ ਤੋਂ ਪਾਰ ਕਰਨ ਵਿੱਚ ਸਾਡੀ ਮਦਦ ਕਰੇਗਾ। ਜੇ ਆਪਾਂ ਇਸ ਚੱਲ ਰਹੇ ਜੀਵਨ ਵਿੱਚ ਗੁਰੂ ਪਰਮੇਸ਼ਵਰ ਦਾ ਆਸਰਾ ਨਾ ਤੱਕਿਆ, ਜਵਾਨੀ ਉਮਰ ਐਵੇਂ ਗਵਾ ਲਈ, ਤੇ ਫਿਰ ਸਾਡਾ ਬੇੜਾ, ਜ਼ਿੰਦਗੀ ਰੂਪ ਬੇੜਾ ਡਾਵਾਂ ਡੋਲ ਸਥਿਤੀ ਵਿੱਚ ਫਸ ਜਾਏਗਾ। ਇਹਨਾਂ ਵਿਕਾਰਾਂ ਦੀਆਂ ਲਹਿਰਾਂ ਵਿੱਚ ਡੁੱਬ ਕੇ ਗਰਕ ਹੋ ਜਾਏਗਾ। ਸਾਡੇ ਜੀਵਨ ਦਾ ਕੁਝ ਵੀ ਲਾਭ ਨਹੀਂ ਮਿਲਣਾ ਸਾਨੂੰ। ਗੁਰੂ ਜੀ ਨੇ ਸਾਨੂੰ ਇਹ ਬਚਨ ਸਮਝਾਏ ਨੇ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਤੈਨੂੰ ਬੜੇ ਲੰਮੇ ਅਰਸੇ ਬਾਅਦ ਇਹ ਦੇਹੀ ਮਿਲੀ ਏ, ਤੇ ਦੇਹੀ ਮਿਲੀ ਕਾਹਦੇ ਵਾਸਤੇ ਆ? ਮਿਲ ਜਗਦੀਸ਼ ਮਿਲਨ ਕੀ ਬਰੀਆ। ਜਗਦੀਸ਼ ਦਾ ਮਤਲਬ ਹੈ ਪਰਮਾਤਮਾ, ਜਗਤ ਦਾ ਈਸ਼ਵਰ। ਉਹਨੂੰ ਮਿਲਣ ਦੀ ਵਾਰੀ ਤੈਨੂੰ ਮਿਲੀ ਸੀ, ਪਰ ਤੂੰ ਕੀਤਾ ਕੀ? ਕੀ ਮਿਲ ਪਾਇਆ ਤੂੰ? ਅਜੇ ਜੇ ਆਪਾਂ ਨਹੀਂ ਮਿਲ ਪਾਏ ਤੇ ਕਮ ਸੇ ਕਮ ਯਤਨ ਤਾਂ ਕਰੀਏ, ਕੋਸ਼ਿਸ਼ ਤਾਂ ਕਰੀਏ, ਉਦਮ ਤਾਂ ਕਰੀਏ। ਗੁਰੂ ਮਹਾਰਾਜ ਜੀ ਨੇ ਆਪਾਂ ਨੂੰ ਆਖੀ ਇਹ ਗੱਲ, ਉਦਮ ਕਰ ਹਰ ਜਾਪਣਾ। ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਿਆ ਕਰ ਉਦਮ ਕਰਕੇ। ਤੇਰੇ ਉਦਮ ਨੂੰ ਭਾਗ ਲੱਗੇਗਾ, ਗੁਰੂ ਤੇਰੀ ਬਾਂਹ ਫੜੇਗਾ, ਉਹ ਤੇਰੇ ਜੀਵਨ ਰੂਪ ਬੇੜੇ ਨੂੰ, ਤੇਰੀ ਇਹ ਜ਼ਿੰਦਗੀ ਰੂਪ ਨਈਆ ਨੂੰ ਭਵ ਸਾਗਰ ਤੋਂ ਪਾਰ ਕਰਨ ਵਿੱਚ ਤੇਰੀ ਸਹਾਇਤਾ ਕਰੇਗਾ। ਇੰਨੇ ਕੁ ਸ਼ਬਦ ਜੀ ਅੱਜ ਤੁਸੀਂ ਪ੍ਰਵਾਨ ਕਰਨਾ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।